ਅਸੀਂ ਤੁਹਾਨੂੰ ਇਹ ਦੱਸਣਾ ਬਈ ਜਿਹੜੇ ਸਾਡੇ ਦੋਸਤ ਗੋਟ ਫਾਰਮਿੰਗ ਕਰਨਾ ਚਾਹੁੰਦੇ ਨੇ ਨਾ ਉਹਨਾਂ ਵਾਸਤੇ ਆਸਾਨ ਤਰੀਕਾ ਕਿਹੜਾ ਹੈ ਔਰ ਉਹਨਾਂ ਨੂੰ ਬਿਲਕੁਲ ਸਾਰੀ ਮਾਲੂਮਾਤ ਅਸੀਂ ਦਿਸਾਂ ਬਈ ਕਿਸ ਤਰੀਕੇ ਨਾਲ ਉਹ ਕਾਮਯਾਬ ਹੋ ਸਕਦੇ ਨੇ, ਕਿਸ ਤਰੀਕੇ ਨਾਲ ਉਹ ਕੰਮ ਕਰ ਸਕਦੇ ਨੇ। ਦੋਸਤੋ ਸਭ ਤੋਂ ਪਹਿਲੇ ਪਾਕਿਸਤਾਨ ਦੇ ਅੰਦਰ ਨਾ ਗੋਟ ਫਾਰਮਿੰਗ ਬੜੀ ਤੇਜ਼ੀ ਨਾਲ ਕੰਮ ਸ਼ੁਰੂ ਹੈ, ਲੇਕਿਨ ਤੁਸੀਂ ਵੀਡੀਓ ਪੂਰੀ ਵੇਖਣੀ ਹੈ। ਵੀਡੀਓ ਅਗਰ ਪੂਰੀ ਵੇਖਸੋ ਤਾਂ ਤੁਹਾਨੂੰ ਵੀਡੀਓ ਦੇ ਵਿੱਚ ਪਤਾ ਚੱਲ ਸੀ ਬਈ ਕੰਮ ਦਾ ਕੀ ਤਰੀਕਾਕਾਰ ਹੈ ਔਰ ਕੰਮ ਦੀ ਕੀ ਰੂਟੀਨ ਹੈ। ਦੋਸਤੋ ਸਭ ਤੋਂ ਜ਼ਿਆਦਾ ਅਗਰ ਤੁਸੀਂ ਗੋਟ ਫਾਰਮਿੰਗ ਕਰਕੇ ਨਾ ਤੁਸੀਂ ਚਾਹੁੰਦੇ ਹੋ ਵੀ ਅਸੀਂ ਆਪਣਾ ਖੁਸ਼ਹਾਲ ਘਰ ਔਰ ਆਪਣਾ ਇੱਕ ਟਾਪ ਬਿਜ਼ਨਸ ਜਿਹਦੇ ਵਿੱਚ ਸਾਡੇ ਸਾਰੇ ਅਖਰਾਜਾਤ ਸਾਡੀ ਸਾਰੀਆਂ ਪਰੇਸ਼ਾਨੀਆਂ ਖਤਮ ਹੋ ਜਾਵੇਂ ਤੇ ਉਹਦੇ ਵਾਸਤੇ ਤੁਹਾਨੂੰ 50 ਬੱਕਰੀਆਂ ਦਾ ਹੋਣਾ ਜ਼ਰੂਰੀ ਹੈ। ਅੱਛਾ ਦੋਸਤੋ ਸਭ ਤੋਂ ਜ਼ਿਆਦਾ ਅਹਿਮ ਗੱਲ ਜਿਹੜੀ ਹੈ ਉਹ ਤੁਹਾਨੂੰ ਹੁਣ ਦੱਸਣੀ ਹੈ ਬਈ ਅਗਰ ਤੇ ਤੁਸੀਂ ਬੱਕਰੀਆਂ ਲੈ ਆਉਂਦੇ ਹੋ, ਇੱਕ ਬੰਦਾ ਹੈ ਜਾ ਕੇ 50 ਬੱਕਰੀ ਲੈ ਆਉਂਦਾ, ਉਸ ਕੋਲੋਂ ਸਭ ਤੋਂ ਪਹਿਲੇ ਕੀ ਜਿਹੜੀਆਂ ਚੀਜ਼ਾਂ ਹੋਣਾ ਜ਼ਰੂਰੀ ਹੈ ਔਰ ਕਿੰਨਾ ਚੀਜ਼ਾਂ ਤੇ ਉਹਨਾਂ ਨੂੰ ਫੋਕਸ ਕਰਨਾ ਜ਼ਰੂਰੀ ਹੈ। ਸਭ ਤੋਂ ਨੰਬਰ 1 ਚੀਜ਼ ਪਹਿਲੇ ਇਹ ਆਉਂਦੀ ਹੈ ਬਈ ਉਹਦੇ ਕੋਲ ਸ਼ੈੱਡ, ਉਹਦੇ ਕੋਲ ਰਿਹਾਇਸ਼, ਉਹਦੇ ਕੋਲ ਖੁਰਲੀਆਂ, ਉਹਦੇ ਕੋਲ ਬੰਨਣ ਦੀ ਜਗ੍ਹਾ ਕਿਤਨੀ ਹੈ, 10 ਬੱਕਰੀਆਂ ਦੀ ਹੈ, 20 ਬੱਕਰੀਆਂ ਦੀ ਹੈ ਜਾਂ 50 ਬੱਕਰੀਆਂ ਦੀ। ਉਹ ਅਗਰ 50 ਬੱਕਰੀਆਂ ਲੈ ਆਉਂਦਾ ਤੇ ਉਹਦੇ ਕੋਲੋਂ ਅੱਗੋਂ ਰਿਹਾਇਸ਼ ਹੁੰਦੀ ਹੈ 20 ਬੱਕਰੀਆਂ ਦੀ ਤੇ ਉਸ ਨੂੰ ਉਹ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਉਂਸੀ ਔਰ ਉਹਦੇ ਵਿੱਚ ਉਹਨੂੰ ਨੁਕਸਾਨ ਹੋ ਸਕਦਾ। ਦੂਸਰੀ ਗੱਲ ਇਹ ਬਈ ਉਹਦੇ ਕੋਲ ਚਾਰਾ ਆਪਣਾ ਹੈ ਜਾਂ ਉਹ ਚਾਰਾ 20 ਬੱਕਰੀਆਂ ਦਾ ਲੈ ਸਕਦਾ ਜਾਂ 50 ਬੱਕਰੀਆਂ ਦਾ ਲੈ ਸਕਦਾ, ਕਿਤਨੀਆਂ ਬੱਕਰੀਆਂ ਦਾ ਉਹ ਚਾਰਾ ਲੈ ਸਕਦਾ। ਉਹਦੇ ਵਾਸਤੇ ਉਹਦੇ ਕੋਲ ਚਾਰੇ ਵਾਸਤੇ ਵੀ 50 ਬੱਕਰੀਆਂ ਦਾ ਚਾਰਾ ਵੀ ਅਵੇਲੇਬਲ ਹੋਣਾ ਚਾਹੀਦਾ ਔਰ 50 ਬੱਕਰੀਆਂ ਦਾ ਚਾਰਾ ਉਹਦੇ ਕੋਲੋਂ ਜ਼ਰੂਰ ਹੋਣਾ ਚਾਹੀਦਾ। ਤੁਸੀਂ ਤਕਰੀਬਨ 1 ਏਕੜ ਜ਼ਮੀਨ ਦੇ ਵਿੱਚ 30 ਬੱਕਰੀਆਂ ਆਸਾਨੀ ਨਾਲ ਪਾਲ ਸਕਦੇ ਹੋ। ਇਹ ਤੁਹਾਨੂੰ ਮੁਖਤਸਰ ਜਿਹਾ ਤਰੀਕਾ ਹੈ, ਬਾਕੀ ਤੁਸੀਂ ਖੁਰਾਕ ਜਿਤਨੀ ਮਰਜ਼ੀ ਦੇ ਸਕਦੇ ਹੋ। ਚਾਰੇ ਵਾਸਤੇ ਤੁਹਾਨੂੰ ਕੋਲੋਂ 1 ਏਕੜ ਜ਼ਮੀਨ ਜਿਹੜੀ ਹੈ ਉਹ ਜ਼ਰੂਰ ਹੋਣੀ ਚਾਹੀਦੀ 30 ਬੱਕਰੀਆਂ ਵਾਸਤੇ। ਅੱਛਾ ਦੋਸਤੋ ਦੂਸਰੀ ਗੱਲ ਇਹ ਬਈ ਸ਼ੈੱਡ ਜ਼ਰੂਰੀ ਹੋ ਗਿਆ, ਉਸ ਤੋਂ ਬਾਅਦ ਚਾਰਾ ਜ਼ਰੂਰੀ ਹੋ ਗਿਆ, ਰਿਹਾਇਸ਼ ਹੋ ਗਈ। ਤੀਸਰੀ ਨੰਬਰ ਤੇ ਗੱਲ ਆਉਂਦੀ ਹੈ ਵੀ ਤੁਹਾਨੂੰ ਉਸ ਬੱਕਰੀ ਦਾ ਸਾਰਾ ਪਤਾ ਸੋਰ ਹੋਣਾ ਜ਼ਰੂਰੀ ਹੈ। ਮਸਲਨ ਉਹਨੂੰ ਬਿਮਾਰੀ ਦਾ, ਉਹਦੀ ਡਿਲੀਵਰੀ ਦਾ, ਉਹਦੀ ਕਰਾਸਿੰਗ ਦਾ, ਉਸ ਦਾ ਜਨਾਬ ਦੇਖਭਾਲ, ਉਹਦੇ ਵਾਸਤੇ ਤੁਹਾਡੇ ਕੋਲ ਬੰਦਾ ਇੱਕ ਮੌਜੂਦ ਹੋਵੇ ਜਿਹੜਾ ਉਸ ਦੀ ਸਾਰੀ ਨਿਗਰਾਨੀ ਕਰੇ ਜਾਂ ਤੁਸੀਂ ਖੁਦ ਕਰੋ। ਦੂਸਰੀ ਗੱਲ ਇਹ ਬਈ ਕੰਮ ਸ਼ੁਰੂ ਕਿਸ ਤਰੀਕੇ ਨਾਲ ਕੀਤਾ ਜਾਵੇ। ਅਗਰ ਤਾਂ ਤੁਸੀਂ ਸਾਡੇ ਕੋਲ ਤਜਰਬਾ ਹੈ, ਤੁਸੀਂ ਬੱਕਰੀਆਂ ਦੇ ਬਾਰੇ ਜਾਣਦੇ ਹੋ, ਬੱਕਰੀਆਂ ਦੇ ਬਾਰੇ ਇਨਫੋਰਮੇਸ਼ਨ ਹੈ, ਫਿਰ ਤੁਸੀਂ 5 ਤੋਂ 10 ਤੋਂ 50 ਬੱਕਰੀਆਂ ਦਾ ਵੀ ਕੰਮ ਕਰ ਸਕਦੇ ਹੋ। ਅਗਰ ਤੁਸੀਂ ਬਿਲਕੁਲ ਅਣਜਾਣ ਹੋ, ਬਿਲਕੁਲ ਹੀ ਤੁਹਾਨੂੰ 1% ਵੀ ਬੱਕਰੀ ਦਾ 0% ਵੀ ਨਹੀਂ ਪਤਾ ਨਾ, 1% ਵੀ ਨਹੀਂ ਪਤਾ ਬੱਕਰੀ ਦਾ, ਤੇ ਤੁਸੀਂ 1 ਬੱਕਰੀ 2 ਬੱਕਰੀ 4 ਬੱਕਰੀਆਂ 5 ਬੱਕਰੀਆਂ ਤੋਂ ਕੰਮ ਸ਼ੁਰੂ ਕਰ ਸਕਦੇ ਹੋ। ਲੇਕਿਨ ਉਹਦੇ ਵਿੱਚ ਇਹ ਹੈ ਕਿ ਤੁਹਾਡੇ ਕੋਲ ਇਨਵੈਸਟਮੈਂਟ ਨਹੀਂ ਜਾਂ ਤੁਹਾਡੇ ਕੋਲ ਤਜਰਬਾ ਨਹੀਂ ਤੇ ਤੁਸੀਂ ਟਾਈਮ ਇਨਵੈਸਟਮੈਂਟ ਕਰੋ। ਟਾਈਮ ਨੂੰ ਕਿਸ ਤਰ੍ਹਾਂ ਇਨਵੈਸਟਮੈਂਟ ਕੀਤਾ ਜਾ ਸਕਦਾ ਬਈ 1 ਬੱਕਰੀ ਤੁਸੀਂ ਲਿਆਓ, ਅਗਰ ਉਹ ਪਹਿਲੀ ਦਫਾ ਬੱਚੇ ਦੇਵਣ ਵਾਲੀ ਹੈ ਤੇ ਤੁਹਾਡੇ ਕੋਲ ਉਸ ਨੇ 1 ਬੱਚਾ ਵੀ ਦੇ ਦੇਣਾ, 2 ਵੀ ਦੇ ਸਕਦੀ ਹੈ, 3 ਵੀ ਦੇ ਸਕਦੀ ਹੈ। ਇਹਨਾਂ ਦਾ ਜਿਹੜਾ 1.5 ਬੱਚਾ ਤੁਹਾਡਾ ਖਰਚਾ ਹੈ। ਮਿਸਾਲ ਤੌਰ 6 ਮਹੀਨੇ ਦਾ ਬੱਚਾ ਅਗਰ ਤੁਸੀਂ ਸੇਲ ਕਰਦੇ ਹੋ ਤਾਂ ਤੁਹਾਡਾ 1 ਬੱਚਾ 30,000 ਰੁਪਏ ਦਾ ਸੇਲ ਹੋ ਸੀ। ਉਹਦੇ ਵਿੱਚ ਤੁਹਾਡਾ 90,000 ਰੁਪਏ ਦੇ 3 ਬੱਚੇ ਆ ਗਏ। 3 ਬੱਚਿਆਂ ਤੋਂ ਤੁਸੀਂ ਜਨਾਬ 45,000 ਰੁਪਇਆ ਤੁਹਾਡਾ ਜਿਹੜਾ ਹੈ ਉਹ ਖਰਚਾ ਹੈ ਔਰ 45,000 ਰੁਪਇਆ ਤੁਹਾਡਾ ਪ੍ਰੋਫਿਟ ਹੈ। ਲੇਕਿਨ ਉਹਦੇ ਵਿੱਚ ਤੁਹਾਡਾ 1 ਬੱਕਰੀ ਦਾ, ਅੱਗੇ ਤੁਸੀਂ 10 ਬੱਕਰੀਆਂ ਦਾ ਕਰੋ, ਤੁਸੀਂ ਜਨਾਬ 4.5 ਲੱਖ ਰੁਪਇਆ ਬਣ ਸਕਦਾ। ਤੇ ਇਸ ਤਰੀਕੇ ਨਾਲ ਅਗਰ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ 1 ਬੱਕਰੀ ਲੈ ਆਓ, ਫਿਰ 2 3 4 10 5 ਇਸ ਤਰ੍ਹਾਂ ਤਜਰਬੇ ਕਰਦੇ ਜਾਓ, ਸਿੱਖਦੇ ਜਾਓ। ਫਿਰ ਉਹਦੇ ਤੋਂ ਸਭ ਤੋਂ ਪਹਿਲੇ ਜਿਹੜਾ ਬਿਜ਼ਨਸ ਹੈ ਨਾ, ਬਿਜ਼ਨਸ ਵਿੱਚ ਘਬਰਾਉਣਾ ਨਹੀਂ, ਬਿਲਕੁਲ ਪਰੇਸ਼ਾਨ ਨਹੀਂ ਹੋਣਾ। ਕੋਈ ਪਰੇਸ਼ਾਨੀ ਆਉਂਦੀ ਹੈ ਨਾ, ਕੋਈ ਮੁਸ਼ਕਿਲ ਆਉਂਦੀ ਹੈ, ਉਹ ਹਰ ਮੁਸ਼ਕਿਲ ਤੋਂ ਬਾਅਦ ਆਸਾਨੀ ਵੀ ਤਾਂ ਹੈ। ਉਹਦਾ ਤੁਸੀਂ ਸਿੱਖੋ, ਉਹਦਾ ਤੁਸੀਂ ਪੁੱਛੋ, ਉਹਦਾ ਤੁਸੀਂ ਤਰੀਕਾਕਾਰ ਕਰੋ, ਉਹਦਾ ਤੁਸੀਂ ਟਰੀਟਮੈਂਟ ਕਰੋ, ਉਹਦੀ ਤੁਸੀਂ ਪੂਰੀ ਕੋਸ਼ਿਸ਼ ਕਰੋ। ਹਮੇਸ਼ਾ ਜਦੋਂ ਵੀ ਨੁਕਸਾਨ ਕੋਈ ਵੀ ਕੰਮ ਵਿੱਚ ਹੋ ਸੀ ਨਾ ਬੰਦੇ ਨੂੰ, ਕੋਈ ਵੀ ਬਿਜ਼ਨਸ ਹੈ ਉਹਦੇ ਵਿੱਚ ਉਹਦੀ ਲਾਪਰਵਾਹੀ, ਉਹਦੀ ਗਫਲਤ, ਉਹਦੀ ਜਨਾਬ ਉਹਦੀ ਆਪਣੀ ਵਜ੍ਹਾ ਤੋਂ ਨੁਕਸਾਨ ਹੋ ਸਕਦਾ, ਵਰਨਾ ਮਿਹਨਤ ਜ਼ਾਇਆ ਨਹੀਂ ਜਾਂਦੀ ਕਿਸੇ ਦੀ ਵੀ।
ਅਗਰ ਤੁਹਾਡੇ ਕੋਲ ਬਿਮਾਰੀ ਆਈ ਹੈ, ਮਸਲਾਂ ਤੁਹਾਡੀਆਂ 5 ਬੱਕਰੀਆਂ ਬਚ ਗਈਆਂ, 5 ਬੱਕਰੀਆਂ ਸਾਡੀਆਂ ਮਰ ਗਈਆਂ ਜਾਂ ਐਕਸਪਾਇਰ ਹੋ ਗਈਆਂ, ਤਾਂ ਤੁਸੀਂ ਪਰੇਸ਼ਾਨ ਕਿਉਂ ਹੁੰਦੇ ਹੋ? ਉਹਨਾਂ ਪੰਜਾਂ ਚੋਂ ਹੀ ਇਹ ਬਾਬਰਕਤ ਕੰਮ ਹੈ। ਤੁਸੀਂ ਇਹਦੇ ਵਿੱਚੋਂ ਪੰਜਾਂ ਚੋਂ ਹੀ ਤੁਸੀਂ ਅੱਗੇ ਜਾ ਸਕਦੇ ਹੋ, ਅਗਰ ਮਿਹਨਤ ਔਰ ਸਟਰਗਲ ਕਰਕੇ ਨਾ, ਉਹ ਪੰਜਾਂ ਤੋਂ ਹੀ। ਲੇਕਿਨ ਤੁਸੀਂ ਬਿਲਕੁਲ ਉਹਨਾਂ ਨੂੰ ਸੇਲ ਕਰਦੇ ਸੋ ਜਾਂ ਉੱਥੋਂ ਤੁਸੀਂ ਪਰੇਸ਼ਾਨ ਹੋ ਕੇ ਤੁਸੀਂ ਉਹ ਕੰਮ ਬੰਦ ਕਰਦੇ ਸੋ, ਤੇ ਇਹ ਤੁਹਾਡੀ ਨਾਕਾਮੀ ਦੀ ਆਗਾਜ਼ ਸ਼ੁਰੂ ਹੋ ਗਿਆ ਔਰ ਤੁਸੀਂ ਨਾਕਾਮ ਹੋ ਗਏ। ਤੁਸੀਂ ਡਟ ਕੇ ਮੁਕਾਬਲਾ ਕਰਨਾ, ਜਿਹੜੀਆਂ ਪਰੇਸ਼ਾਨੀਆਂ ਤੁਹਾਨੂੰ ਪਹਿਲੇ ਆ ਸਨ ਉਹ ਤੁਹਾਨੂੰ ਬਾਅਦ ਵਿੱਚ ਉਹ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵਸੀ। ਵੀਡੀਓ ਜਿਤਨੀ ਮਰਜ਼ੀ ਵੱਡੀ ਬਣਾ ਦੇਵੀਏ ਲੇਕਿਨ ਫਾਇਦਾ ਨਹੀਂ ਹੁੰਦਾ। ਹਮੇਸ਼ਾ ਛੋਟੀ ਵੀਡੀਓ ਬਣਾਉਣ ਦਾ ਮਕਸਦ ਇਹ ਹੁੰਦਾ ਹੈ ਕਿ ਦੋਸਤਾਂ ਤੱਕ ਇਨਫੋਰਮੇਸ਼ਨ ਔਰ ਦੋਸਤਾਂ ਤੱਕ ਸਾਡਾ ਪੈਗਾਮ ਪਹੁੰਚ ਜਾਵੇ। ਤੇ ਵੀਡੀਓ ਨੂੰ ਲਾਈਕ ਲਾਜ਼ਮੀ ਕਰਨਾ ਅਗਰ ਅੱਛੀ ਲੱਗੇ। ਬਾਕੀ ਦੋਸਤਾਂ ਦੇ ਵਾਸਤੇ ਅਸੀਂ ਹਰ ਨਵੀਂ ਵੀਡੀਓ, ਹਰ ਅਸੀਂ ਜਨਾਬ ਇਨਫੋਰਮੇਸ਼ਨ ਉਹਦੇ ਤੱਕ ਪਹੁੰਚਾਉਂਦੇ ਹਾਂ ਤਾਂ ਕਿ ਇਹਨਾਂ ਦਾ ਜਿਹੜਾ ਹੈ ਦੋਸਤਾਂ ਸਾਡਿਆਂ ਦਾ ਵੀ ਫਾਇਦਾ ਹੋਵੇ ਔਰ ਉਹਨਾਂ ਨੂੰ ਵੀ ਇਸ ਕੰਮ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ। ਨਾ इतना आसान काम है, ना इतना मुश्किल है। अगर समझ आ गई तो आसान, ना आए तो मुश्किल।